ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਤੇ ਜਿੱਥੇ ਉਹ ਹਾਜ਼ਰ ਰਵੋ ਵਸਦੇ ਰਵੋ। ਤੇ ਅੱਜ ਅਸੀਂ ਆਏ ਹਾਂ ਲਾਹੌਰ ਚੋਈ ਸਾਹਿਬ ਨੂੰ ਲੈ ਕੇ। ਇਰਾਦਾ ਤੇ ਸਾਡਾ ਸੀ ਅੱਜ ਜਾਵਾਂਗੇ ਬਾਹਰ ਮਾਲ ਰੋਡ ਤੇ, ਫਿਰਾਂਗੇ ਘੁੰਮਾਂਗੇ ਵੇਖਾਂਗੇ ਕਿ ਲਾਹੌਰ ਦੇ ਜਿਹੜਾ ਦਾਰੁਲ ਖਿਲਾਫਾ ਹੈ ਲਾਹੌਰ ਪੰਜਾਬ ਦਾ, ਉਹਦੇ 'ਚ ਹੋ ਕੀ ਰਿਹਾ। ਬਾਗੇ ਜਿਨਾ ਜਾਵਾਂਗੇ, ਲਾਰੈਂਸ ਗਾਰਡਨ ਜਿਹਨੂੰ ਕਹਿੰਦੇ ਸਨ, ਉਹ ਦਰਖਤਾਂ ਕੋਲੋਂ ਹਾਲ ਚਾਲ ਪੁੱਛਾਂਗੇ। ਇੰਨੇ ਪੁਰਾਣੇ ਹੋ ਗਏ ਨੇ, ਕੀ ਵੇਖਿਆ ਉਹਨੇ, ਕੀ ਸੁਣਿਆ। ਕੁਝ ਗੱਲ ਕਰਦੇ ਵੀ ਕਿ ਨਹੀਂ ਕਰਦੇ, ਲੇਕਿਨ ਉਹ ਫਿਰ ਜਾ ਨਹੀਂ ਸਕੇ ਬਾਹਰ। ਉਹਦੀ ਵਜ੍ਹਾ ਹੈ ਕਿ ਬਾਹਰ ਇੱਕ ਤੇ ਗਰਮੀ ਬਹੁਤ, ਤੇ ਬ੍ਰੰਚ ਵਾਲਾ ਜਿਹੜਾ ਟਾਈਮ ਹੁੰਦਾ ਹੈ, ਤੁਹਾਨੂੰ ਪਤਾ ਹੀ ਹੈ ਕਿ ਗਰਮੀ, ਸੂਰਜ ਹੁੰਦਾ ਉਹ ਸਵਾ ਨੇਜ਼ੇ ਤੇ। ਸ਼ਾਮ ਹੁੰਦੀ ਤੇ ਫਿਰ ਵੀ ਅਸੀਂ ਨਿਕਲ ਜਾਂਦੇ ਤੇ ਵੇਖਦੇ। ਤੇ ਦੂਜਾ ਹੈ ਕਿ ਮਾਲ ਰੋਡ ਦੇ ਉੱਤੇ ਉਹ ਟੀਮ ਠਹਿਰੀ ਹੈ, PSL ਹੋ ਰਿਹਾ ਇੱਥੇ, PCA 'ਚ ਟੀਮਾਂ ਠਹਿਰ ਜਾਂਦੀਆਂ ਤੇ ਉਹ ਮਾਲ ਰੋਡ ਦਾ ਇੱਕ ਹਿੱਸਾ ਬੰਦ ਕਰ ਦਿੰਦੇ। ਲੋਰੀਆਂ ਨੂੰ ਪਤਾ ਹੀ ਹੈ, GOR ਦੇ ਵੀ ਰਸਤੇ ਬੰਦ ਕੀਤੇ, ਮਰੀਮ ਨੇ ਗੇਟ ਲਾ ਦਿੱਤੇ, ਸੋਹਣੇ ਸੋਹਣੇ ਗੇਟ ਲਾ ਕੇ ਰਾਹ ਬੰਦ ਕਰਤੇ। ਤੇ ਫਿਰ ਨਹੀਂ ਜਾ ਸਕੇ ਬਾਹਰ। ਤੇ ਫਿਰ ਅਸੀਂ ਸੋਚਿਆ ਇੱਧਰ ਹੀ, ਕਿਉਂਕਿ ਮੌਜ਼ੂ ਜਿਹੜਾ ਲਾਹੌਰ ਵਾਲਾ ਨਹੀਂ ਅੱਜ ਕਰਨਾ ਸੀ। ਤੁਹਾਨੂੰ ਯਾਦ ਹੈ ਅਸੀਂ ਪਿਛਲੀ ਪ੍ਰੋਗਰਾਮ ਵਿੱਚ ਚੋਈ ਸਾਹਿਬ ਤੁਹਾਡੇ ਲਈ ਇੱਕ ਬੜੀ ਚੌਂਦੀ ਦੀ ਖਬਰ ਲੈ ਕੇ ਆਏ ਸਨ। ਬੜਾ ਫਿਰ ਉਹਦੇ ਤੇ ਸੀ ਵਵੇਲਾ ਕੀਤਾ ਸੀ ਕਿ ਜੀ ਇਹ ਬੜੀ ਇਮਾਮ ਵਿੱਚ ਕੀ ਹੋਇਆ। ਇਸਲਾਮਾਬਾਦ ਗਰੀਬਾਂ ਦੇ ਉੱਤੇ, ਘਰਾਂ ਦੇ ਉੱਤੇ ਬਲਡੋਜ਼ਰ ਚਲਾ ਦਿੱਤੇ। ਜਦੋਂ ਹੁਕੂਮਤ ਦਾ ਦਿਲ ਕਰਦਾ ਹੈ ਕਰ ਲੈਂਦੇ ਨੇ। ਤੇ ਹੋਇਆ ਉਸ ਤੋਂ ਬਾਅਦ ਹੈ ਕਿ ਅਸੀਂ ਜ਼ਿਕਰ ਕੀਤਾ ਸੀ ਕਾਨਸਟੀਟਿਊਸ਼ਨ 1 ਦਾ, ਜਿਹੜਾ ਇੱਕ ਬਹੁਤ ਵੱਡਾ ਟਾਵਰ, ਟਵਿਨ ਟਾਵਰ ਖਲੋਤਾ ਹੈ ਇਸਲਾਮਾਬਾਦ ਵਿੱਚ ਕਨਵੈਨਸ਼ਨ ਸੈਂਟਰ ਦੇ ਨਾਲ। ਉੱਥੇ ਗਈ ਹੈ ਜੀ ਪੁਲਿਸ ਪਰਸੋਂ। ਤੇ ਉੱਥੇ ਉਹਨੇ ਕਿਹਾ ਨਿਕਲੋ ਇੱਥੋਂ, ਤੁਸੀਂ ਗੈਰ ਕਾਨੂੰਨੀ ਜਗ੍ਹਾ ਤੇ ਰਹਿੰਦੇ ਹੋ। ਤੇ ਉਹ ਇੱਕਦਮ ਥਰਥੱਲੀ ਪੈ ਗਈ ਇਸਲਾਮਾਬਾਦ ਕੀ, ਪੂਰੇ ਪਾਕਿਸਤਾਨ ਪੈ ਗਈ ਕਿ ਇਹ ਕੀ ਹੋ ਗਿਆ। ਅਮੀਰਾਂ ਦੇ ਉੱਤੇ ਛਾਪੇ ਪੈ ਗਏ, ਪਾਕਿਸਤਾਨ ਕੀ ਬਦਲ ਗਿਆ ਹੈ, ਪਾਕਿਸਤਾਨ ਕੀ ਹਾਰਡ ਸਟੇਟ ਹੋ ਗਈ। ਕੱਲ ਮੇਰੇ ਕੋਲ ਬੜੀ ਇਹ ਲੰਬੀ ਕਰਨ ਵਾਲੀ ਹੈ, ਲੇਕਿਨ ਖਬਰ ਅਸਲ ਜਿਹੜੀ ਹੈ ਨਾ, ਉਹ ਹੁੰਦੀ ਤੁਹਾਨੂੰ ਪਤਾ ਚੌਧਰੀ ਸਾਹਿਬ ਦੇ ਕੋਲ। ਚੌਧਰੀ ਸਾਹਿਬ ਕੋਲੋਂ ਪਹਿਲੇ ਖਬਰ ਲੈ ਲਈਏ ਇਹਦਾ ਪਿੱਛੇ ਕੀ ਸੀ, ਬਸ ਮੰਜ਼ਰ ਕੀ ਸੀ, ਹੋਇਆ ਕੀ, ਹੁਣ ਕੀ ਹੋ ਰਿਹਾ। ਚੌਧਰੀ ਸਾਹਿਬ ਦੱਸੋ ਜ਼ਰਾ। ਹਾਂਜੀ ਰਾਣਾ ਸਾਹਿਬ, ਪਹਿਲਾਂ ਤਾਂ ਤੁਸੀਂ ਕਹਿ ਰਹੇ ਸੀ ਨਾ ਜੀ ਕਿ ਲਾਹੌਰ ਆਏ ਆ ਤੇ ਬਾਹਰ ਨਿਕਲਣਾ ਸੀ ਤੇ ਗਰਮੀ ਬੜੀ ਹੈ। ਹਾਂ ਲੇਕਿਨ ਮੇਰੇ ਜ਼ਿਹਨ 'ਚ ਇੱਕ ਗੱਲ ਆ ਰਹੀ ਸੀ ਕਿ ਇਸਲਾਮਾਬਾਦ ਤੋਂ ਲਿਖ ਰਹੇ ਸੀ ਕਿ ਹੁਣ ਜਿਹੜੇ ਪੋਡਕਾਸਟਾਂ ਕਰਾਂਗੇ ਲਾਹੌਰ ਤੇ, ਲੇਕਿਨ ਇਸਲਾਮਾਬਾਦ ਸਾਡੀ ਜਾਨ ਨਹੀਂ ਛੱਡ ਰਿਹਾ ਹਾਂ ਬਿਲਕੁਲ, ਦੇਖੋ ਕਿਉਂਕਿ ਖਬਰ ਏਡੀ ਵੱਡੀ ਆ ਗਈ ਹੈ। ਪਿੱਛੇ ਤੇ ਹੀ ਆ ਗੱਲ ਗਿਆ ਸਾਨੂੰ ਸਰ। ਫਿਰ ਜਿਹੜਾ ਉਹ ਇਸਲਾਮਾਬਾਦ ਦੀ ਕਰਨੀ ਪੈ ਰਹੀ ਹੈ। ਹਾਂ ਤੇ ਇਸਲਾਮਾਬਾਦ ਸਾਡੇ ਹੁਣ ਪਿੱਛੇ ਪਿੱਛੇ ਹੀ ਹੈ, ਮੈਂ ਤੁਹਾਨੂੰ ਦੱਸਾਂ। ਹਾਂ ਬਿਲਕੁਲ ਇੰਝ ਹੀ ਹੈ। ਤੇ ਰੌਲਾ ਬਹੁਤ ਪਿਆ ਪਰਸੋਂ ਦਾ, ਤੁਹਾਨੂੰ ਪਤਾ ਵਾ। ਤੇ ਕਾਂਸਟੀਟਿਊਸ਼ਨ ਐਵਨਿਊ ਦਾ, ਉਹਨੂੰ ਵਨ ਕਾਂਸਟੀਟਿਊਸ਼ਨ ਐਵਨਿਊ ਵੀ ਕਹਿੰਦੇ ਨੇ ਤੇ ਗ੍ਰੈਂਡ ਯਾਦ ਬਿਲਡਿੰਗ ਵੀ ਕਹਿੰਦੇ ਨੇ। ਹੂੰ। ਤੇ ਉਹ ਪਹਿਲਾਂ ਮੈਂ ਥੋੜਾ ਉਹਦਾ ਬੈਕਗ੍ਰਾਉਂਡ ਰਾਣਾ ਸਾਹਿਬ ਦੱਸਦੇ ਹਾਂ। ਹਾਂ ਦੱਸੋ ਨਾ, ਹਾਂ, ਤਾਂ ਕਿ ਇਸ ਉਹ ਲਈ ਅਸੀਂ ਇੱਕ ਵਾਰੀ ਜ਼ਰਾ ਇਹ ਸਟੇਜ ਸੈੱਟ ਕਰ ਲਈਏ ਕਿ ਇਹਦਾ ਬੈਕਗਰਾਉਂਡ ਕੀ ਸੀ। ਅਸਲ 'ਚ ਤੁਹਾਨੂੰ ਪਤਾ ਕਿ ਇੱਕ ਪ੍ਰਾਈਵੇਟ ਕੰਪਨੀ ਨੇ ਲੀਜ਼ ਤੇ ਜਗ੍ਹਾ ਲਈ ਸੀ 2005 ਚ। ਠੀਕ ਹੈ। ਉਹ ਸਾਰਾ ਦੋ ਤਿੰਨ ਕੰਪਨੀਆਂ ਦਾ ਕੰਸੋਰਸ਼ੀਅਮ ਸੀਗਾ, ਉਹਦੇ 'ਚ ਇੱਕ ਟੈਕਸਟਾਈਲ ਮਿਲ ਵੀ ਸੀ ਜਿਹੜੀ ਮੇਜਰ ਸ਼ੇਅਰ ਹੋਲਡਰ ਸੀ ਨਾ। ਠੀਕ ਹੈ। ਤੇ ਉਹਨਾਂ ਨੇ ਕੋਈ 4.8 ਬਿਲੀਅਨ ਦੀ ਮੇਰੇ ਖਿਆਲ ਉਸ ਟਾਈਮ ਲੀਜ਼ ਲਈ ਸੀ। ਤੇ ਉਹ 5 ਸਟਾਰ ਹੋਟਲ ਉੱਥੇ ਬਣਨਾ ਸੀ। ਬਿਲਕੁਲ ਠੀਕ ਹੋ ਔਰ ਕੁਝ ਮੇਰੇ ਖਿਆਲ ਥੋੜੇ ਅਪਾਰਟਮੈਂਟ ਵੀ ਬਣਨੇ ਸੀ, ਦੋ ਤਿੰਨ ਫਲੋਰ। ਹੂੰ। ਲੇਕਿਨ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਸਾਰੇ ਜਿਹੜੇ ਅਪਾਰਟਮੈਂਟਸ ਹਨ ਉਹ ਬਿਲਡਿੰਗ ਪੂਰੀ ਦੀ ਪੂਰੀ ਉਹ 5 ਸਟਾਰ ਹੋਟਲ ਨੂੰ ਕਰ ਦਿੱਤਾ ਅਪਾਰਟਮੈਂਟਸ ਕਨਵਰਟ। ਅੱਛਾ ਅੱਛਾ ਤੇ ਯਾਨੀ ਲੀਜ਼ ਜਿਹੜੀ ਸੀ ਉਹਦੀ ਆਪਣੀ ਕੀਤੀ ਉਹਨਾਂ ਨੇ ਵਾਇਲੇਸ਼ਨ। ਅੱਛਾ। ਤੇ ਅਲਟੀਮੇਟਲੀ ਫਿਰ ਸੀਡੀਏ ਨੇ 2016 ਚ ਔਰ ਪੇਮੈਂਟ ਵੀ ਨਹੀਂ ਦਿੱਤੀ ਸੀਡੀਏ ਨੂੰ ਹੂੰ। ਪੂਰੀ। ਤੇ ਸੀਡੀਏ ਨੇ 2016 ਚ ਲੀਡ ਕਰਤੀ ਕੈਂਸਲ। ਉਹਨਾਂ ਨੇ ਕਿਹਾ ਜੀ ਕਿ ਤੁਸੀਂ ਵਾਇਲੇਸ਼ਨ ਕੀਤੀ ਤੇ ਤੁਸੀਂ 5 ਸਟਾਰ ਹੋਟਲ ਬਣਾਉਣਾ ਸੀ, ਉਦੋਂ ਤੱਕ ਬਣ ਗਿਆ ਸੀ ਸਾਰਾ। ਤੇ ਉਸ ਤੇ ਵੀ ਗੱਲ ਕਰਦੇ ਹਾਂ ਕਿ ਜਦੋਂ ਚੀਜ਼ਾਂ ਬਣ ਰਹੀਆਂ ਹੁੰਦੀਆਂ ਉਦੋਂ ਸੀਡੀ ਕਿਉਂ ਨਹੀਂ ਰੋਕਦਾ। ਹੂੰ। ਤੇ ਇਹ ਫਿਰ ਇਹਦੀ ਕਰ ਦੀ ਲੀਜ਼ ਕੈਂਸਲ ਤੇ ਇਹ ਅਲਟੀਮੇਟਲੀ ਫਿਰ ਜਿਹੜਾ ਕੇਸ ਚਲਾ ਗਿਆ ਸੁਪਰੀਮ ਕੋਰਟ। ਫਿਰ ਉਸ ਟਾਈਮ ਦੇ ਜਿਹੜੇ ਚੀਫ ਜਸਟਿਸ ਸੀ ਸਾਕਮ ਸਾਰ ਔਰ ਆਜ਼ਾਦ ਅਫਸਲ, ਉਹਨਾਂ ਨੇ ਇਹਦਾ ਕਰਾਇਆ ਫੈਸਲਾ। ਅੱਛਾ। ਔਰ ਆਜ਼ਾਦ ਅਫਸਰ ਸਾਹਿਬ ਸੇ ਤੁਹਾਨੂੰ ਪਤਾ ਉਹਨਾਂ ਤੇ ਇੱਕ ਤਨਕੀਦ ਵੀ ਸੀ ਕਿ ਉਹ ਖੁਦ ਪਹਿਲਾਂ ਵਕੀਲ ਵੀ ਰਹੇ ਸੀ ਇਸ ਕੰਪਨੀ ਦੇ। ਹਾਂ ਅੱਛਾ ਅੱਛਾ ਤੇ ਅੱਛਾ। ਉਹ ਜਿਹੜੇ ਫਿਰ ਬਾਅਦ ਰਿਜ਼ਾਈਨ ਵੀ ਉਹਨਾਂ ਕਰ ਦਾ ਗਏ। ਆਪਣਾ ਫਲੈਟ ਤਾਂ ਨਹੀਂ ਸੀ ਵਿੱਚ? ਉਹ ਸ਼ਾਇਦ ਹੋਵੇ, ਲੇਕਿਨ ਨਾਮ ਤਾਂ ਨਹੀਂ ਲਿਖਿਆ, ਲੇਕਿਨ ਉਹ ਬਹਰਹਾਲ ਇਹਨਾਂ ਦੇ ਵਕੀਲ ਰਹੇ ਸੀ, ਅੱਛਾ ਕੇਸ ਅੱਛਾ। ਲੜਦੇ ਰਹੇ ਸੀ। ਉਹ ਵੀ ਇਹ ਆਬਜੈਕਸ਼ਨ ਵੀ ਹੋਇਆ ਉਸ ਬੈਂਚ ਤੇ, ਲੇਕਿਨ ਉਹ ਖੈਰ ਨਹੀਂ ਮੰਨੇ। ਉਹਨਾਂ ਨੇ ਕਿਹਾ ਜੀ ਇਹ ਚਲੇਗਾ ਕੇਸ ਸਾਕਮ ਸਾਸਾ ਨੇ। ਸਾਕਮ ਸਾਸਾ ਨੇ ਕੋਈ 17 ਬਿਲੀਅਨ ਅੱਛਾ ਉਹਨਾਂ ਨੇ ਕਰ ਦਿੱਤਾ ਇਹਨੂੰ ਲੀਜ਼ ਇਹਨਾਂ ਦੀ ਬਹਾਲ। ਅੱਛਾ ਤੇ ਉਹਨਾਂ ਨੇ ਜਿਹੜੀ ਵਾਇਲੇਸ਼ਨ ਆ ਉਹ ਉਹਨਾਂ ਨੇ ਕਿਹਾ ਜੀ ਕੰਪਨਸੇਸ਼ਨ ਦੇਣ ਹੈ। ਤੇ ਉਹਨਾਂ ਨੇ ਅੱਛਾ। ਹੋਟਲ ਤੇ ਪਾਤਾ ਕੋਈ 17 ਅਰਬ ਰੁਪਏ। 17 ਅਰਬ ਅਰਬ? ਰੁਪਏ ਉਹਨਾਂ ਨੇ ਕਿਹਾ ਦੇਣ ਜਿਹੜੀ ਬਿਲਡਿੰਗ ਵਾਲੇ ਆ, ਤੇ ਠੀਕ ਹੈ ਇਹਨਾਂ ਨੂੰ ਰੈਗੂਲਰਾਈਜ਼ ਕਰ ਦੇ। ਇਸ ਤਰ੍ਹਾਂ ਬੜੀ ਗੱਲ ਆ, ਨਹੀਂ ਰੈਗੂਲਰਾਈਜ਼ ਹੋਇਆ ਹਾਂ ਸੀ, ਠੀਕ। ਉਸ ਤਰ੍ਹਾਂ ਰੈਗੂਲਰਾਈਜ਼ ਕਰ ਦਿੱਤਾ। ਠੀਕ ਹੈ। ਲੇਕਿਨ ਜਿਹੜੀ ਕੰਪਨੀ ਹੈ ਇਹ ਵੀ ਕੋਈ ਬੜੇ ਤੰਤਰੀ ਲੋਕ ਨੇ, ਮੈਂ ਤੁਹਾਨੂੰ ਦੱਸ। ਇਹ ਮਤਲਬ ਬੜੇ ਪਹਿਲਾਂ ਕਦੀ ਹੋਟਲ ਇਹ ਬਹੁਤ ਤੇਜ਼ ਹੁੰਦੇ ਹਾਂਜੀ ਨੇ ਹੋਟਲ ਤੋਂ ਅਪਾਰਟਮੈਂਟ ਬਣਾਉਂਦੇ ਨੇ। ਉਸ ਤੋਂ ਪਹਿਲਾਂ ਇਹਨਾਂ ਨੇ ਬੜੇ ਕੰਮ ਕੀਤੇ। ਇਹਨਾਂ ਨੇ ਨਹੀਂ ਕਿ ਇਹਨਾਂ ਦਾ ਪੱਲਿਓਂ 1 ਰੁਪਿਆ ਵੀ ਨਹੀਂ ਲੱਗਾ। ਹੂੰ। ਇਹਨਾਂ ਨੇ ਕਿਸੇ ਬੈਂਕ ਨੂੰ ਕਿਹਾ ਜੀ ਕਿ ਤੁਹਾਨੂੰ ਇੰਨੇ ਅਪਾਰਟਮੈਂਟ ਦੇਵਾਂਗੇ, ਲੋਨ ਦਿਓ। ਉੱਥੋਂ ਇਹਨਾਂ ਨੇ
ਕੋਈ ਲੋਕਾਂ ਦੇ ਪੈਸੇ ਬੁੱਕ ਕੀਤੇ, ਠੀਕ ਕੁਝ ਹੈ। ਲੋਨ ਲਿਆ ਕਰ ਕਰਾ ਕੇ ਇਹਨਾਂ ਨੇ ਟਾਵਰ ਖੜਾ ਕਰ ਦਿੱਤਾ। ਵਾਹ ਜੀ ਵਾਹ। ਉਹ ਜੀ ਉਹ ਹੋ ਗਈ ਰੈਗੂਲਰਾਈਜ਼। ਤੇ ਇਹਨਾਂ ਨੇ ਕੋਈ ਸਾਲਾਨਾ ਉਹਨਾਂ ਨੇ ਉਹਦੀਆਂ ਕਿਸ਼ਤਾਂ ਕਰਤੀਆਂ 17 ਠੀਕ ਅਰਬ ਹੈ। ਰੁਪਏ ਦੀਆਂ ਨਾ। 2022 ਦੇ ਕੋ ਅੱਗੇ ਪਿੱਛੇ ਇਹਨਾਂ ਨੇ ਕਿਸ਼ਤਾਂ ਦੇਣੀ ਬੰਦ ਕਰ ਦਿੱਤੀਆਂ ਸੀਡੀਆਂ। ਅੱਛਾ ਇਹਨਾਂ ਨੇ ਕਿਹਾ ਜੀ ਫਾਈਨੈਂਸ਼ੀਅਲ ਕ੍ਰੰਚ ਆ ਗਿਆ। ਅੱਛਾ ਅੱਛਾ ਤੇ ਅੱਛਾ। ਜਿਹੜਾ ਇਹਨਾਂ ਨੇ ਕਿਹਾ ਨਾ ਜਿਹੜਾ ਇੱਕ ਕੰਪਨੀ ਹੈ ਇੰਟਰਨੈਸ਼ਨਲ ਮੂਡੀਜ਼ ਤੇ ਫਿਚ ਉਹਨਾਂ ਦੀ ਹਾਂ ਕੋਈ ਹਾਂ ਰਿਪੋਰਟ ਇਹਨਾਂ ਨਾਲ ਪੇਸ਼ ਕੀਤੀ ਜੀ ਕਿ ਠੀਕ ਹੈ ਦੇਖੋ ਠੀਕ ਹੈ। ਇਹਦੇ ਨਾਲ ਬੜੇ ਬਿਜ਼ਨਸ ਤੇ ਅਸੀਂ ਪੈਸੇ ਨਹੀਂ ਦੇ ਸਕਦੇ ਬਈ। ਹੂੰ। ਹੁਣ ਉਹਦੀ ਵਜ੍ਹਾ ਹੈ ਕਿ ਇਹਨਾਂ ਨੇ ਹਰ ਸ਼ੈ ਵੇਚ ਦਿੱਤੀ ਲੋਕਾਂ ਨੂੰ। ਅੱਛਾ 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 ਅੱਛਾ। ਤੇ ਇਹਨਾਂ ਨੇ ਕਿਹਾ ਹੁਣ ਸੀਡੀਏ ਤੋਂ ਜਾਨ ਛਡਾਓ, ਹੂੰ। ਲੋਕੀ ਜਾਣਨ ਤੇ ਅਸੀਂ ਜਾਣੀਏ, ਤੇ ਆਪਣਾ ਅੱਛਾ ਸੀਡੀਏ ਜਾਣਨ। ਅੱਛਾ, ਲੋਕਾਂ ਤੇ ਪਤਾ ਹੈ। ਲੋਕਾਂ ਮੈਂ ਦੀ ਬੜੇ ਬਾਤ। ਕਿੱਸੇ ਵੇਖੇ ਹਾਂ ਸ਼ੀਸ਼ਾ ਜਿਹੜੇ ਪਲਾਜ਼ੇ ਬਣਦੇ ਨਾ ਹਾਂਜੀ। ਇਸਲਾਮਾਬਾਦ, ਹੂੰ। ਉਹਦੇ ਬਲੂ ਏਰੀਆ 'ਚ ਵੀ ਨਵੇਂ ਬਣ ਰਹੇ ਨੇ ਤੇ F11 ਉਹ ਇੰਚ ਦੇ ਬੜੇ ਰੋਲੇ ਨੇ। ਤੇ ਉਹ ਇਹਨਾਂ ਨੇ ਉਹ ਕਿਸ਼ਤਾਂ ਦੇਣੀਆਂ ਕਰਤੀਆਂ ਬੰਦ ਪੈਸਿਆਂ ਦੀਆਂ। ਅਲਟੀਮੇਟਲੀ ਸੀਡੀ ਨੇ ਇਹਨਾਂ ਦੀ ਕੀਤੀ ਲੀਜ਼ ਕੈਂਸਲ। ਹੂੰ। ਤੇ ਕੇਸ ਗਿਆ ਫਾਈਨਲੀ ਹਾਈ ਕੋਰਟ 'ਚ। ਅੱਛਾ ਤੇ ਹਾਈ ਕੋਰਟ ਨੇ ਸੀਡੀ ਦਾ ਕਰਤਾ ਫੈਸਲਾ ਬਹਾਲ ਜੁਮਰਾਤ ਵਾਲੇ ਦਿਨ। ਅੱਛਾ। ਜੁਮਰਾਤ ਵਾਲੇ ਦਿਨ ਫੈਸਲਾ ਕਰਤਾ ਬਹਾਲ। ਹਾਂ। ਲੇਕਿਨ ਗਵਰਨਮੈਂਟ ਦੀਆਂ ਨਾਲ ਫੁਰਤੀਆਂ ਵੀ ਬੜੀਆਂ। ਅੱਛਾ ਉਹ ਮੌਸਮ ਨਕਵੀ ਸਾਹਿਬ ਦੀਆਂ। ਹਾਂ। ਉਹਨਾਂ ਨੇ ਅੱਜ ਹੀ ਫੈਸਲਾ ਇਹਨਾਂ ਨੇ ਸੁਪਰੀਮ ਅੱਛਾ। ਕੋਰਟ ਹਾਈ ਕੋਰਟ ਇਸਲਾਮਾਬਾਦ ਹਾਈ ਕੋਰਟ ਨੇ ਚੀਫ ਜਸਟਿਸ ਹੂੰ ਉਹਨੂੰ ਹੈੱਡ ਕਰ ਰਿਹਾ ਸੀ ਬੈਂਚ ਸੀ ਜਾਂ ਹੂੰ ਜੋ ਵੀ ਸੀਗਾ ਉਹ। ਉਹਨਾਂ ਨੇ ਜਨਾਬ ਸਵੇਰ ਫੈਸਲਾ ਆਇਆ ਜੁਮਰਾਤ ਵਾਲੇ ਦਿਨ ਹੂੰ। ਤੇ ਸ਼ਾਮ ਨੂੰ ਉਹਨਾਂ ਨੇ ਪੂਰੇ ਇਸਲਾਮਾਬਾਦ ਦੀਆਂ ਪੁਲਿਸਾਂ ਇਕੱਠੀਆਂ ਕਰ ਓਏ ਕੇ ਹੋਏ। ਖਾਲੀ ਕਰੋ। ਆਹ ਹੈ ਅਸਲ ਕੰਟਰੋਵਰਸੀ। ਅੱਛਾ ਆਹ ਹੈ ਅੱਛਾ। ਇਹਦਾ ਬੈਕਗ੍ਰਾਉਂਡ। ਤੇ ਹੁਣ ਸੁਣਿਆ ਕਿ ਕੋਈ ਫੇਰ ਮੁਕਮਕਾ ਹੋ ਰਿਹਾ ਇਹਨਾਂ ਦੇ ਤੇ ਹੋ ਜਾਣਾ ਚੋਰੀ ਸਾਹਿਬ ਮੁਕਮਕਾ ਹੋਣਾ ਕਿ ਨਹੀਂ? ਬਸ ਦੇਖ ਤੇ ਨਹੀਂ ਸਕਦੇ ਉਹਨੂੰ। ਹਾਂ ਡੇਗ ਤਾਂ ਨਹੀਂ ਸਕਦੇ। ਲੇਕਿਨ ਇਹ ਹੈ ਕਿ ਉਹ ਸੁਣਿਆ ਕਿ ਪ੍ਰਾਈਮ ਮਿਨਿਸਟਰ ਨੇ ਕਮੇਟੀ ਬਣਾਤੀ ਹੈ। ਅੱਛਾ ਜਦੋਂ ਟੈਸਲਾ ਡਿਗਾਇਆ ਸੀ ਕਰਾਚੀ ਵਾਲਾ ਡਿੱਗਿਆ ਸੀ, ਹਾਂਜੀ। ਉਹਦੇ ਗਰੀਬਾਂ ਦਾ ਸੀ। ਉਸ ਤੇ ਕੋਈ ਉਹ ਤੇ ਸੁਪਰੀਮ ਕੋਰਟ ਨੇ ਆਪ ਕਿਹਾ ਸੀ ਆਰਡਰ, ਤੇ ਹੁਣ ਫਿਰ ਸੁਪਰੀਮ ਕੋਰਟ ਚਲਾ ਗਿਆ। ਹੁਣ ਸੁਪਰੀਮ ਕੋਰਟ ਉਸ ਫੈਸਲੇ ਤੋਂ ਕੋਈ ਲਏਗੀ ਰਹਿਨਮਾਈ ਜਾਂ ਨਹੀਂ ਲਵੇਗੀ? ਹਾਂ ਬਿਲਕੁਲ ਉਹ ਵੀ ਤਨਕੀਦ ਹੋ ਰਹੀ ਹੈ ਸੋਸ਼ਲ ਮੀਡੀਆ ਤੇ। ਹੂੰ। ਅਸਲ ਇਹ ਹੈ ਕਿ ਜਦੋਂ ਇਹਨਾਂ ਨੇ ਪੁਲਿਸ ਨੇ ਆ ਕੇ ਉਹਨਾਂ ਲੋਕਾਂ ਨੂੰ ਕਿਹਾ ਵੀ ਖਾਲੀ ਕਰੋ, ਉਹਨਾਂ ਨੂੰ ਨੋਟਿਸ ਦਿੱਤਾ ਸ਼ਾਰਟ ਨੋਟਿਸ ਕੇ ਬਸ 10-15 ਤੁਹਾਡੇ ਕੋਲ 12 ਘੰਟੇ ਨੇ, ਤੁਸੀਂ ਜਿੰਮੇ ਤੱਕ ਖਾਲੀ ਕਰ ਦਿਓ। ਤੇ ਲੋਕ ਜ਼ਾਰਾ ਬੜੇ ਪਰੇਸ਼ਾਨ ਹੈ। ਉਹਦੇ 'ਚ ਫੋਰਨਰ ਵੀ ਰਹਿ ਰਹੇ ਨੇ ਉਹਦੇ 'ਚ। ਔਰ ਤੁਹਾਨੂੰ ਪਤਾ ਉਹਦੇ 'ਚ ਬੜੇ ਬੜੇ ਲੋਕਾਂ ਦੇ ਫਲੈਟ ਨੇ। ਹਾਂ ਉਹ ਬਿਲਕੁਲ। ਉਹ ਖਾਨ ਸਾਹਿਬ ਦਾ ਵੀ ਸੀ ਇਮਰਾਨ ਖਾਨ ਖਾਨ। ਸਾਹਿਬ ਦਾ ਬਿਲਕੁਲ ਫਲੈਟ ਵੀ ਹੈ ਉਹਦੇ 'ਚ। ਚਲੋ ਤੇ ਫਿਰ ਕੋਈ ਸਾਬਕਾ ਐਮਐਨਏ ਨੇ ਉਹਨਾਂ ਦੇ ਫਲੈਟ ਖਾਨ ਨੇ। ਸਾਹਿਬ ਨੂੰ ਉੱਥੇ ਸ਼ਿਫਟ ਕਰ ਦੇਣ ਨੂੰ ਜਦੋਂ ਅੱਖਾਂ ਦੀ ਉਹਨਾਂ ਦੀ ਵੈਸੇ ਵੀ ਵਿਚਾਰਿਆਂ ਦੀ ਠੀਕ ਨਹੀਂ, ਤੇ ਬੁਸ਼ਰਾ ਬੀਬੀ ਦੀ ਅੱਖ ਵੀ ਐਵੇਂ। ਮੈਂ ਪੁੱਛਾਂਗਾ ਤੁਹਾਡੇ ਕੋਲੋਂ, ਕੋਈ ਮੇਰੇ ਕੋਲੋਂ ਪੁੱਛਿਆ, ਮੈਂ ਲਾਹੌਰ ਆਇਆ ਨਾ, ਹਾਂਜੀ। ਉਹ ਸਮਝੇ ਮੈਂ ਕੋਈ ਇਸਲਾਮਾਬਾਦੋਂ ਨਾ ਖਬਰ ਲੈ ਕੇ ਆਇਆ। ਹੂੰ। ਉਹ ਕਹਿੰਦੇ ਜੀ ਕਿ ਇਮਰਾਨ ਸਾਹਿਬ ਦੀ ਵੀ ਜਿਹੜੀ ਹੈ ਨਾ, ਖਾਨ ਸਾਹਿਬ ਦੀ ਵੀ ਸੱਚੀਆ ਖਰਾਬ ਹੈ, ਤੇ ਬੁਸ਼ਰਾ ਬੀਬੀ ਦੇ ਮੁਤਲਕ ਵੀ ਇੰਜੀ ਇਤਲਾਤ ਆ ਰਹੀਆਂ ਨੇ। ਕੀ ਕੋਈ ਰੂਹਾਨੀ ਮਾਮਲਾ ਹੈ? ਹੂੰ। ਇਹ ਕੀ ਚੱਕਰ ਹੈ? ਕੋਈ ਜਨਾਤ ਦਾ ਹੈ? ਕੋਈ ਜਾਦੂ ਸ਼ਾਦੂ ਹੋ ਰਿਹਾ? ਕੀ ਚੱਕਰ ਹੈ? ਉਹ ਬਾਅਦ ਵਿੱਚ ਟਾਈਮ ਲੱਗੇਗਾ ਤੇ ਚਲੋ ਦੱਸ ਉਹ ਤੇ ਦੇਣਾ। ਵੀ ਗੱਲ ਕਰਦੇ ਹਾਂ ਕਰ। ਲੇਕਿਨ ਅਗਰ ਇਹਨੂੰ ਸ਼ਿਫਟ ਕਰ ਦੇਣ, ਕੰਸਟੀਟਿਊਸ਼ਨ ਹੈਗੀ ਨਹੀਂ ਉਹ ਤਾਂ ਹੁਣ ਰਾਣਾ ਸਾਹਿਬ ਖਾਲੀ ਕਰ ਲਿਆ। ਉਹ ਤੇ ਹੁਣ ਸ਼ਿਫਟ ਅੱਛਾ ਉਹ ਤੇ ਹੁਣ ਲੋਕਾਂ ਨੂੰ ਬਾਕੀਆਂ ਨੂੰ ਵੀ ਉੱਥੇ ਮੁਸੀਬਤ ਪੈ ਗਈ, ਖਾਲੀ ਹੋ ਰਿਹਾ। ਅੱਛਾ ਚਲੋ ਫਿਰ ਤੇ ਉਹ ਅਸਲ ਇਹ ਹੈ ਕਿ ਜਦੋਂ ਇਹਨਾਂ ਨੇ ਖਾਲੀ ਕਰਨਾ ਸ਼ੁਰੂ ਕੀਤਾ ਤੇ ਜ਼ਾਰਾ ਸੋਸ਼ਲ ਮੀਡੀਆ ਤੇ ਪੂਰੀ ਕੰਪੇਨ ਆਈ ਨਾ। ਹੂੰ। ਇਹ ਇੱਥੇ ਪਾਕਿਸਤਾਨ ਤੇ ਬੜੀ ਤਨਕੀਦ ਹੋਣ ਲੱਗ ਪਈ। ਇੱਥੇ ਜੀ ਇਹ ਕਹਿ ਰਿਹਾ ਜੀ ਫੋਰਨ ਇਨਵੈਸਟਮੈਂਟ, ਫੋਰਨ ਇਨਵੈਸਟਮੈਂਟ। ਤੇ ਹੂੰ। ਫੋਰਨ ਇਨਵੈਸਟਮੈਂਟ ਇੱਥੇ ਕੌਣ ਲੈ ਕੇ ਆਏਗਾ ਕਿ ਜਿਨ੍ਹਾਂ ਲੋਕਾਂ ਨੇ ਖਰੀਦੇ ਸੀ ਉਹਨਾਂ ਦਾ ਕੀ ਕਸੂਰ? ਹਾਂ ਅਗਰ ਕੋਈ ਵਾਇਲੇਸ਼ਨ ਕੀਤੀ ਕੰਪਨੀ ਨੇ ਕੀਤੀ। ਹਾਂ ਔਰ ਜਦੋਂ ਇਹ ਵਾਇਲੇਸ਼ਨ ਹੋ ਰਹੀ ਸੀ ਉਦੋਂ ਸੀਡੀ ਵਾਲੇ ਕਿੱਥੇ ਸੀ? ਇਹ ਰੋਜ਼ ਸਵਾਲ ਉੱਠਦਾ ਤੁਹਾਨੂੰ ਪਤਾ। ਹਾਂ ਬਿਲਕੁਲ। ਇਸਲਾਮਾਬਾਦ ਜਿਹੜੀ ਵੀ ਚੀਜ਼ ਬਣਦੀ ਹੈ ਜਦੋਂ ਬਣ ਜਾਂਦੀ ਉਦੋਂ ਇਹ ਸੀਡੀ ਵਾਲੇ ਕਹਿੰਦੇ ਜੀ ਕਿ ਵਾਇਲੇਸ਼ਨ ਹੋ ਗਈ। ਪਹਿਲਾਂ ਕਿੱਥੇ ਸੀ? ਇਹਨਾਂ ਦੀ ਮੋਨੀਟਰਿੰਗ ਪਹਿਲਾਂ ਕਿੱਥੇ ਹੁੰਦੀ ਹੈ? ਚੋਈ ਸਾਹਿਬ ਹੈ ਤੇ ਸਿੱਧੀ ਜੀ ਗੱਲ ਹੈ। ਦੇਖੋ, ਅਗਰ ਇਰੈਗੂਲੈਰਿਟੀ ਸਨ, ਕਰਪਸ਼ਨ ਸੀ, ਜੋ ਵੀ ਸੀ, ਇੱਕ ਕੇਸ ਨੂੰ ਤੁਸੀਂ ਮਿਸਾਲ ਬਣਾ ਦਿਓ। ਇਸਲਾਮਾਬਾਦ ਦੇ ਆਉਣ ਵਾਲੀ ਹੈ ਬੜੀ ਇਨਵੈਸਟਮੈਂਟ ਬਾਹਰੋਂ, ਜਿਵੇਂ ਦੱਸ ਰਹੇ ਨੇ ਸਾਨੂੰ। ਪਰੀ ਮਾਮ ਜਿਹੜਾ ਦਿਖਾਇਆ ਉੱਥੇ ਬਣਨਾ ਬਿਜ਼ਨਸ ਸੈਂਟਰ, ਕੋਈ ਉਹ ਰੈੱਡ ਜ਼ੋਨ ਦੇ ਅੰਦਰ ਕੋਈ 2 ਬਣਨੇ ਨੇ 5 ਸਟਾਰ ਹੋਟਲ। ਅਗਰ ਉਹਨਾਂ ਨੇ ਇਹੀ ਖੱਚ ਮਾਰੀ, ਇਰੈਗੂਲੈਰਿਟੀਜ਼ ਹੋਈਆਂ, ਫਿਰ ਬਿਹਤਰ ਨਹੀਂ ਕਿ ਇਸ ਕੇਸ ਨੂੰ ਬਿਹਤਰ ਤਰੀਕੇ ਨਾਲ ਹੱਲ ਕਰ ਦੇਣ ਕਿ ਪਾਕਿਸਤਾਨ ਵਿੱਚ ਇੱਕ ਰੂਲ ਆਫ ਲਾ ਹੈ। ਇੱਧਰ ਵੀ ਕੋਈ ਇੰਜ ਨਹੀਂ ਹੈ ਕਿ ਕੋਈ ਬਨਾਨਾ ਰਿਪਬਲਿਕ ਨਹੀਂ ਹੈ ਕਿ ਆਏਗਾ ਤੇ ਜਿਵੇਂ ਮਰਜ਼ੀ ਜਿਹੜਾ ਕੰਮ ਕਰੇਗਾ, ਮੁਆਹਿਦਾ ਕੋਈ ਹੋਰ ਹੋਏਗਾ, ਕਰਨਗੇ ਕੁਝ ਹੋਰ ਤੇ ਫਿਰ ਪੈਸੇ ਪੂਸੇ ਦੇ ਕੇ ਨਿਕਲ ਜਾਣਗੇ। ਇਹ ਤੇ ਮੇਰਾ ਖਿਆਲ ਹੈ ਜਿਸ ਰਾਣਾ ਮੌਕਾ। ਸਾਹਿਬ ਉਹ ਨਹੀਂ ਮੌਕਾ ਤਾਂ ਹੈ ਲੇਕਿਨ ਇਹ ਪਹਿਲਾਂ ਸੈਟਲ ਕਰਨਾ ਚਾਹੀਦਾ ਨਾ। ਹੂੰ। ਜਦੋਂ ਇਹ ਬਣ ਰਹੀ ਸੀ ਉਦੋਂ ਸੀਡੀ ਇਹਨਾਂ ਨੂੰ ਰੋਕਦਾ, ਲੋਨ ਕਹਿੰਦਾ ਵੀ ਪੈਸੇ ਨਾ ਦਿਓ, ਆਪਣੀ ਇਨਵੈਸਟਮੈਂਟ ਨਾ ਕਰੋ। ਆ ਉਹਦੇ ਵਾਇਲੇਸ਼ਨ ਚ ਹੋਈ। ਕਿਉਂ ਰੋਕਦਾ? ਉਹ ਫਲੈਟ ਹੀ ਉਹਦੇ ਚ ਜੱਜਾਂ ਦੇ, ਬਿਊਰੋਕਰੇਟਾਂ ਦੇ, ਸਿਆਸਤਦਾਨਾਂ ਦੇ, ਆਪੇ ਤੇ ਤੁਸੀਂ ਕਹਿ ਰਹੇ ਖਾਨ ਸਾਹਿਬ ਦਾ ਵੀ ਹੈ। ਲੇਕਿਨ ਬਾਕੀ ਇਨਵੈਸਟਰਾਂ ਦੇ ਵੀ ਤਾਂ ਹੈ ਨਾ ਕਿ ਤੇ ਇਨਵੈਸਟਰ ਦਾ ਤੇ ਇਹਨੂੰ ਜਿਹੜਾ ਇਨਵੈਸਟਰ ਨੂੰ ਕਹਿਣ ਕਿ ਭਈ, ਜਾਂ ਤੇ ਉਹਦੇ ਕੋਲੋਂ ਕਹਿਣ ਕਿ ਯਾਰ ਇਹ ਸਰਕਾਰੀ ਬਿਲਡਿੰਗ ਡਿਕਲੇਅਰ ਕਰ ਦਿਓ, ਤੂੰ ਆਪਣੀ ਕੰਪਨਸੇਸ਼ਨ ਲੈ, ਤੇ ਇਹ ਜਿਹੜੇ ਬੰਦੇ ਇੱਥੇ ਨੇ ਇਹਨਾਂ ਨੂੰ ਕਿੱਥੇ ਟੌਪ ਸਿਟੀ ਜਾ ਕੇ ਇੰਨੇ ਹੋਟਲ ਬਣਦੇ ਪਏ ਨੇ ਉੱਥੇ ਜਾ ਕੇ ਦੇ ਦਿਓ। ਤੁਹਾਨੂੰ ਨਹੀਂ ਪਤਾ ਜੀ ਸਾਹਿਬ ਉਹ ਸਿਕਿਉਰਿਟੀ ਰਿਸਕ ਵੀ ਹੈ ਨਾ।
ਹਾਂ ਉਹ ਮੈਂ ਇੱਧਰ ਹੀ ਆਉਣ ਲੱਗਾ ਸੀ ਕਿ ਉਸ ਬਿਲਡਿੰਗ ਦਾ ਇੱਕ ਇਹ ਵੀ ਇਸ਼ੂ ਹੈ ਕਿ ਸਾਡੀ ਜਿਹੜੀ ਏਜੰਸੀ ਨੇ ਉਹਨਾਂ ਦਾ ਬੜਾ ਉਤੇ ਹੈ ਕਿ ਸਿਕਿਉਰਿਟੀ ਰਿਸਕ ਹੈ ਪੂਰਾ ਜਿਹੜਾ ਰੈੱਡ ਜ਼ੋਨ ਉਹਦੇ 'ਚ ਇੱਕ ਵੱਡੀ ਉੱਚੀ ਬਿਲਡਿੰਗ ਉਹ ਪੂਰਾ ਡਿਪਲੋਮੈਟਿਕ ਕੋਰ ਜਿਹੜਾ ਉਹਦੀ ਉਹ ਜਿਹੜੀ ਟਾਵਰ ਉੱਥੋਂ ਪੂਰਾ ਉਹ ਸਾਰਾ ਉਹਦੀ ਰੇਂਜ 'ਚ ਆਉਂਦਾ ਪੂਰਾ ਸ਼ਹਿਰ ਨਜ਼ਰ, ਪਿੰਡੀ ਵੀ ਨਜ਼ਰ ਆਉਂਦਾ। ਕਿਉਂਕਿ ਪੂਰੇ ਰੈੱਡ ਜ਼ੋਨ ਸਭ ਤੋਂ ਵੱਡੀ ਬਿਲਡਿੰਗ ਹੋਈ ਉਹੀ। ਇਹ ਤੇ ਗੱਲ ਹੈ ਠੀਕ ਇਹ ਵੀ ਲੇਕਿਨ ਜਦੋਂ ਇਹਨਾਂ ਨੇ ਉਹਨੂੰ ਲੀਜ਼ ਆਊਟ ਕੀਤਾ ਸੀ ਉਦੋਂ ਉਸ ਟਾਈਮ ਦੇਖਣਾ ਚਾਹੀਦਾ ਸੀ ਨਾ ਕਿ ਬਈ ਇਹ ਸਿਕਿਉਰਿਟੀ ਰਿਸਕ ਵੀ ਹੋ ਸਕਦਾ ਐਡੀ ਵੱਡੀ ਬਿਲਡਿੰਗ ਇੱਕ ਤੁਸੀਂ ਰੈੱਡ ਜ਼ੋਨ ਬਣਾ ਰਹੇ ਅਗਰ ਹੈ ਹਾਂ, ਤੇ ਜ਼ਾਹਰ ਇਹਦੇ ਚ ਫਿਰ ਇਨਵੈਸਟਰ ਦਾ ਜਿਹੜਾ ਇੱਕ ਕੌਨਫੀਡੈਂਸ ਆ ਉਹ ਤੇ ਲੂਜ਼ ਹੁੰਦਾ ਨਾ ਇਸ ਜਿਹੜਾ ਤਰ੍ਹਾਂ ਇਨਵੈਸਟਰ, ਕਿੰਨੇ ਕੁ ਇਨਵੈਸਟਰ ਉਹਦੇ ਚ ਹੋਣੇ, ਕਿੰਨੇ ਬੰਦਿਆਂ ਦੀ, ਉਹਨਾਂ ਨੇ ਕੀ ਪੂਰੇ ਪਾਕਿਸਤਾਨ ਇਨਵੈਸਟ ਉਹਨਾਂ ਨੇ ਕਰਨੀ, ਕਿਸੇ ਹੋਰ ਨੇ ਨਹੀਂ ਕਰਨੀ। ਅੱਛਾ ਤੁਸੀਂ ਮਤਲਬ ਕਹਿ ਰਹੇ ਕਿ ਰੂਲ ਮਿਸਾਲ ਆਫ ਬਣਾ ਦਿਓ। ਲਾ, ਰੂਲ ਮਿਸਾਲ ਬਣਾਓ, ਰੂਲ ਆਫ ਲਾ ਬਈ ਇੱਥੇ ਵੱਡੇ ਵੱਡੇ ਲੋਕ ਇਹਦੇ ਚ ਬੇਸ਼ੱਕ ਜੱਜ ਹੋਣ, ਬਿਊਰੋਕਰੈਟ ਹੋਣ, ਸਿਆਸਤਦਾਨ ਹੋਣ, ਜਦੋਂ ਪਾਕਿਸਤਾਨ ਦੇ ਚ ਗੱਲ ਆਉਂਦੀ ਹੈ ਰੂਲ ਆਫ ਲਾ ਦੀ ਤੇ ਫਿਰ ਤੇ ਕਿਸੇ ਗੱਲ ਨੂੰ ਨਹੀਂ ਮੰਨਿਆ ਜਾਂਦਾ। ਇਹ ਤੇ ਪਾਕਿਸਤਾਨ ਨੇ ਹਾਰਡ ਸਟੇਟ ਬਣਨਾ ਹੈ ਤੇ ਸਾਡੇ ਜਿਹੜੇ ਫੀਲਡ ਮਾਰਸ਼ਲ ਨੇ ਤੇ ਚੀਫ ਆਫ ਡਿਫੈਂਸ ਤੇ ਉਹਨਾਂ ਦਾ ਤੇ ਵਿਜ਼ਨ ਹੈ ਪਾਕਿਸਤਾਨ ਨੂੰ ਹਾਰਡ ਸਟੇਟ ਤੇ ਬਣਾਓ, ਇਹ ਤੇ ਮੌਕਾ ਹੈ। ਬਸ ਫਿਰ ਉਹ ਤੇ ਹੁਣ ਮੋਹਸਿਨ ਨਕਵੀ ਸਾਹਿਬ ਬਣਾ ਰਹੇ ਨੇ ਲੇਕਿਨ ਇਹ ਅੱਛਾ ਨਕਵੀ ਇਹਦੇ ਸਾਹਿਬ ਨਾਲ ਦੇ ਸੇ ਉੱਤੇ ਹੋਰ ਮੈਨੂੰ ਥੋੜਾ ਜਿਹਾ ਆ ਜਾਂਦਾ ਹੈ ਬਈ ਉਹ ਨਕਵੀ ਸਾਹਿਬ ਦਾ, ਉਹ ਕਿਉਂਕਿ ਸਾਫੀ ਵੀ ਰਹੇ ਨੇ, ਉਹਨਾਂ ਦੇ ਚੈਨਲ ਵੀ ਨੇ, ਉਹਨਾਂ ਦਾ ਮਿਲਣਾ ਪੈਣਾ ਉਹਨਾਂ ਨੂੰ ਕਿਸੇ ਦਿਨ ਕਿ ਉਹਨੂੰ ਵੇਖਣਾ ਪੈਣਾ ਕਿ ਜਿਹੜਾ ਵਿਜ਼ਨ ਹੈ ਫੀਲਡ ਮਾਰਸ਼ਲ ਸਾਹਿਬ ਦਾ ਉਹਦੇ ਤੇ ਬਲੀਵ ਫੁੱਲੀ ਕਰਦੇ ਨੇ ਜਾਂ ਕੋਈ ਥੋੜਾ ਜਿਹਾ ਉਹਨਾਂ ਨੂੰ ਸ਼ੱਕ ਸ਼ੁਕ ਹੈ। ਕਿਉਂਕਿ ਤੁਸੀਂ ਪਿਛਲੀ ਵਾਰੀ ਗੱਲ ਕੀਤੀ ਸੀ, ਉਹ ਕਹਿੰਦੇ ਜੀ ਕਿ ਸੀਡੀਐਸ ਤੇ ਕੰਮ ਜਿਹੜਾ ਹੈ ਨਾ ਉਹ ਮੈਨੂੰ ਵੀ ਕਰਾਉਣਾ ਪਵੇ ਤੇ ਪੈਸੇ ਦੇ ਬਗੈਰ ਨਹੀਂ 10 ਹੁੰਦਾ। ਲੱਖ ਦਾ 10 ਲੱਖ ਤੋਂ ਬਗੈਰ ਨਹੀਂ ਹੁੰਦਾ ਹਾਂ। ਉਹ ਇਸ ਤਰ੍ਹਾਂ ਹੀ ਹੈ ਬਿਲਕੁਲ ਤੇ ਉਹ ਸਹੀ ਕਹਿ ਰਹੇ ਹੋ ਹੂੰ ਅਸਲ ਇਹ ਹੈ ਕਿ ਹੁਣ ਇਸ ਤੇ ਇੱਕ ਹੋਰ ਚੀਜ਼ ਬੜੀ ਅੰਡਰ ਹੂੰ ਡਿਸਕਸ਼ਨ ਹੈ ਇਸ ਇਸ਼ੂ ਦੇ ਉੱਤੇ ਨਾ ਹੂੰ। ਉਹ ਇਹ ਹੈ ਕਿ ਤੁਹਾਨੂੰ ਪਤਾ ਕਿ ਪਹਿਲਾਂ ਬਰੀਆਂ ਪੂਰੀਆਂ ਆਬਾਦੀਆਂ ਕਰਾਈਆਂ ਸੀ ਹਾਂ ਫਿਰ ਹੁਣ ਲੋਕ ਇਹ ਕਹਿ ਰਹੇ ਕਿ ਬਈ ਜਦੋਂ ਗਰੀਬਾਂ ਦੀ ਆਬਾਦੀਆਂ ਕਰਾਈਆਂ ਉਦੋਂ ਤੱਕ ਕੋਈ ਬੋਲਿਆ ਨਹੀਂ ਹਾਂ। ਹੁਣ ਜਦੋਂ ਵਨ ਕਨਸਟੀਟਿਊਸ਼ਨ ਐਵਨੀ ਤੇ ਪੂਰਾ ਐਕਸ ਤੇ ਹੂੰ ਸੋਸ਼ਲ ਮੀਡੀਆ ਤੇ ਸਾਰੇ ਲੋਕ ਆ ਗਏ ਜੀ ਕਿ ਇਨਵੈਸਟਰ ਦਾ ਲੂਜ਼ ਕਾਨਫੀਡੈਂਸ ਲੂਜ਼ ਇਹ ਤਾਂ ਤੁਸੀਂ ਦੱਸੋ ਇਹ ਕੀ ਮਾਮਲਾ ਹੈ ਤੇ ਜ਼ਰਾ ਤੁਸੀਂ ਇਹਨਾਂ ਚੀਜ਼ਾਂ ਨੂੰ ਬੜੀ ਦੇਖਦੇ ਕਿ ਇਨਵੈਸਟਰ ਦਾ ਕਿਹੜਾ ਕੰਫੀਡੈਂਸ ਨੂੰ ਹੈ ਅੱਛਾ ਇਹਦਾ ਮਤਲਬ ਤੁਸੀਂ ਤੇ ਕਹਿੰਦੇ ਮੇਰਾ ਨਹੀਂ ਮੇਰੇ ਖਿਆਲ ਉਹ ਵੱਧ ਜਾਏਗਾ ਕਿ ਭਾਈ ਕਿ ਹੁਣ ਜਿਹੜੀ ਜਗ੍ਹਾ ਤੇ ਅਸੀਂ ਜਗ੍ਹਾ ਲਵਾਂਗੇ ਇਨਵੈਸਟ ਕਰਾਂਗੇ ਉਹ ਸਿਕਿਉਰ ਹੋਏਗੀ, ਉਹਨੂੰ ਖਤਰਾ ਨਹੀਂ ਹੋਣਾ। ਅਗਰ ਹੋਏਗਾ ਤੇ ਉਹਨੂੰ ਫਿਰ ਰਿਆਸਤ ਤੇ ਇਦਾਰੇ ਉਹਦੀ ਵਾਇਲੇਸ਼ਨ ਰੋਕਣਗੇ। ਮੈਂ ਤਾਂ ਇਹੀ ਤੇ ਚੌਧਰੀ ਸਾਹਿਬ ਤੁਹਾਨੂੰ ਇਹ ਤੁਸੀਂ ਕਹਿੰਦੇ ਮੈਨੂੰ ਤਾਂ ਕਿ ਲੱਗ ਰਿਹਾ ਐਗਜ਼ਾਮਪਲ ਸੈੱਟ ਕਰ ਦਿਓ ਐਗਜ਼ਾਮਪਲ ਸੈੱਟ ਸੈੱਟ ਕਰ ਦਿਓ, ਲੇਕਿਨ ਇਹਦੇ 'ਚ ਸ਼ੱਕ ਮੈਨੂੰ ਇਹੀ ਹੈ ਕਿ ਕਰਨਗੇ ਨਹੀਂ। ਹਾਂ ਨਹੀਂ ਉਹ ਤੇ ਜ਼ਾਹਰ ਹੁਣ ਕਮੇਟੀ ਵੀ ਬਣ ਗਈ ਹੈ ਉਹ ਬਿਲਕੁਲ ਕਰ ਇਤਨਾ ਦੇਣਗੇ। ਆਸਾਨ ਕੰਮ ਅਗਰ ਨਹੀਂ ਕੋਈ ਬੜੀ ਮਾਮਲਾ ਹੁੰਦਾ ਤੇ ਇਹਨਾਂ ਨੇ ਤੇ ਕਮੇਟੀ ਵੀ ਨਹੀਂ ਸੀ ਬਣਨੀ ਤੇ ਕੁਝ ਵੀ ਨਹੀਂ ਸੀ ਹੋਣਾ ਤੇ ਮਾਮਲਾ ਹੱਲ ਹੋ ਜਾਣਾ ਸੀ, ਜੀ ਹੋ ਜਾਣਾ ਸੀ। ਅੱਛਾ ਇਹ ਅੱਛਾ ਜਿਹੜੇ ਅਸੀਂ ਲੋਕ ਕਹਿ ਰਹੇ ਨਾ ਕਿ ਇੱਕ ਹੋਰ ਮੈਂ ਆਪਣੇ ਨਾਜ਼ਰੀਨ ਦੀ ਇਨਫੋਰਮੇਸ਼ਨ ਲਈ ਗੱਲ ਦੱਸਦਾ ਮਾਲੂਮਾਤ ਲਈ ਕਿ ਜਿਹੜੇ ਲੋਕ ਕਹਿ ਰਹੇ ਨੇ ਕਿ ਜੀ ਇੱਥੇ ਇਨਵੈਸਟ ਲੋਕਾਂ ਦੇ ਪੈਸੇ ਜ਼ਾਇਆ ਹੋ ਗਏ। ਅੱਛਾ ਬਿਲਕੁਲ ਵੀ ਲੋਕਾਂ ਦੇ ਪੈਸੇ ਇਸ ਤਰ੍ਹਾਂ ਨਹੀਂ ਕਿ ਬਿਲਕੁਲ ਜ਼ਾਇਆ ਹੋ ਗਏ ਹਾਂ ਕਿਉਂਕਿ ਇੱਕ ਸਾਡੇ ਮਤਲਬ ਕਨਸਟੀਟਿਊਸ਼ਨ ਪ੍ਰੋਟੈਕਟਰ ਉਹਨੂੰ ਕਹਿੰਦੇ ਬੋਨਾਫਾਈਡੀ ਪਰਚੇਜ਼ਰ ਹਾਂ ਯਾਨੀ ਕਿ ਅਗਰ ਕੋਈ ਬੰਦੇ ਨੇ ਕੋਈ ਚੀਜ਼ ਲਈ ਹੈ ਲੇਕਿਨ ਵਾਇਲੇਸ਼ਨ ਕਿਸੇ ਮਾਲਕ ਨੇ ਕੀਤੀ ਹੈ ਜਾਂ ਕੋਈ ਹੋਰ ਬੰਦੇ ਨੇ ਕੀਤੀ ਹੈ ਉਹਦਾ ਉਹ ਪ੍ਰੋਟੈਕਟ ਉਹਨੂੰ ਕਨਸਟੀਟਿਊਸ਼ਨ ਕਰਦਾ ਠੀਕ ਹੈ। ਅਲਟੀਮੇਟਲੀ ਫਿਰ ਇਹ ਵੀ ਫੈਸਲਾ ਕੋਰਟ ਜਾਏਗਾ ਉਹਨਾਂ ਨੂੰ ਕੰਪਨਸੇਸ਼ਨ ਮਿਲੇਗੀ ਲੇਕਿਨ ਹੋ ਸਕਦਾ ਹੋ ਕਿ ਜਿੰਨੇ ਦੇ ਮਹਿੰਗੇ ਫਲੈਟ ਸੀ ਉਹ ਨਹੀਂ ਨਾ ਮਿਲੇ ਲੇਕਿਨ ਕੋਈ ਨਾ ਕੋਈ ਡਿਸਾਈਡ ਹੋ ਜਾਏ। ਚੋਈ ਸਾਹਿਬ ਹੈ ਦੇਖੋ ਇਹ ਜਿਹੜੇ ਜਾਇਦਾਦਾਂ ਦੇ ਮਾਮਲਾਤ ਹੁੰਦੇ ਉਹ ਚੱਲਦੇ 20 ਸਾਲ 30 ਸਾਲ ਤੇ ਲੋਕਾਂ ਨੂੰ ਪਤਾ ਵੀ ਹੁੰਦਾ ਇਸ ਤਰ੍ਹਾਂ ਦੇ ਕੋਈ ਫਸ ਗਏ ਤੇ ਨਹੀਂ ਚੱਲਣੇ ਨੇ। ਤੇ ਅਮੀਰ ਆਦਮੀ ਦਾ ਕਿਹੜਾ ਰੋਟੀ ਰੋਜ਼ੀ ਦਾ ਮਸਲਾ ਹੈ, ਜਿਨ੍ਹਾਂ ਨੇ ਉੱਥੇ ਫਲੈਟ ਲਿਆ ਉਹਨਾਂ ਦੀ ਪੈਨਸ਼ਨਾਂ ਹੋਣੀਆਂ ਨੇ ਲੰਬੀਆਂ ਚੌੜੀਆਂ, ਹੋਰ ਕਾਰੋਬਾਰ ਹੋਣੇ ਨੇ, ਉਹਨਾਂ ਕਿਹੜਾ ਭੁੱਖੇ ਮਰ ਜਾਣਾ ਉਹਨਾਂ ਨੇ। ਹਾਂ ਉਹ ਤਾਂ ਬਿਲਕੁਲ ਤੁਹਾਨੂੰ ਪਤਾ ਨਾ ਕਿ ਜਦੋਂ ਜ਼ਲਜ਼ਲੇ ਜੋ ਟਾਵਰ ਡਿੱਗਿਆ ਸੀ ਹਾਂ ਪਾਕਿਸਤਾਨ ਕਦੀ ਕਿਸੇ ਨੂੰ ਕੰਪਨਸੇਸ਼ਨ ਨਹੀਂ ਮਿਲੀ ਲੇਕਿਨ ਉਹਦੇ ਚ ਇੱਕ ਜੱਜ ਨੇ ਸਾਰਿਆਂ ਨੂੰ ਦਿਲਾਤੀ ਸੀ ਹਨਾ ਕਿਉਂਕਿ ਅਮੀਰ ਲੋਕਾਂ ਦੇ ਫਲੈਟ ਸੀ ਬਿਲਕੁਲ ਅਮੀਰ ਲੋਕਾਂ ਦੇ। ਉੱਥੇ ਵੱਡੇ ਵੱਡੇ ਬਿਊਰੋਕਰੇਟਾਂ ਲੇਕਿਨ ਇਹ ਮੈਂ ਚੋਈ ਸਾਹਿਬ ਮੈਨੂੰ ਲੱਗ ਰਿਹਾ ਕਿ ਇਹ ਨਾ ਪਾਕਿਸਤਾਨ ਦੀ ਹਾਰਡ ਸਟੇਟ ਦਾ ਨਾ ਇਮਤਿਹਾਨ ਹੈ ਕਿ ਉਹਨੂੰ ਸਾਬਤ ਕਰੇ ਕਿ ਰੂਲ ਆਫ ਲਾ ਹੈ ਇਸ ਮੁਲਕ ਵਿੱਚ ਵੀ। ਅੱਛਾ ਜੀ ਤੁਹਾਨੂੰ ਲੱਗਦਾ ਕਿ ਇਹਦੇ 'ਚ ਰਿਆਸਤ ਆਪਣੇ ਆਪ ਨੂੰ ਦੱਸੇਗੀ ਕਿ ਮੈਂ ਬੜੀ ਸਖਤ ਹਾਂ, ਰੂਲ ਆਫ ਲਾ ਤੇ ਮੈਂ ਕਾਇਮ ਹਾਂ, ਇਹ ਤੇ ਹੁਣ ਸਟੈਬਲਿਸ਼ ਕਰਾਂਗੇ। ਆਉਣ ਵਾਲੇ ਦਿਨ ਹੀ ਦੱਸ ਸਕਦੇ ਆ। ਵੈਸੇ ਮੈਂ ਤੇ ਉਹ ਦੂਸਰੇ ਪੁਆਇੰਟ ਦੇ ਉੱਤੇ ਸੀਗਾ ਮੇਰਾ ਜ਼ਿਹਨ ਲੇਕਿਨ ਤੁਸੀਂ ਤੇ ਸਾਰੀ ਜਿਹੜੀ ਡਿਬੇਟ ਹੀ ਉਲਟਾਤੀ ਨਹੀਂ ਨਹੀਂ ਮੈਂ ਨਹੀਂ ਉਲਟਾਈ ਤੇ ਲੇਕਿਨ ਇਹ ਗੱਲ ਤੁਹਾਡੀ ਵੀ ਗਲਤ ਨਹੀਂ ਹੈ ਰੂਲ ਆਫ ਲਾ ਵੀ ਇੱਕ ਚੀਜ਼ ਤਾਂ ਹੈ ਇੰਪੋਰਟੈਂਟ ਨਾ ਇਹਦੇ ਤੇ ਜਦੋਂ ਤੱਕ ਗੱਲ ਹੀ ਨਹੀਂ ਕਰਾਂਗੇ ਉਹ ਜੀ ਤੇ ਫਿਰ ਕੋਈ ਮੰਨੇਗਾ ਕਿਸ ਤਰ੍ਹਾਂ। ਇੱਥੇ ਤੇ ਕੋਈ ਬਿਊਰੋਕਰੇਟ ਰੂਲ ਆਫ ਲਾ ਦੀ ਨਹੀਂ ਕਰਦਾ ਗੱਲ, ਜੱਜ ਨਹੀਂ ਕਰਦਾ, ਕੋਈ ਹੋਰ ਨਹੀਂ ਕਰਦਾ, ਕੋਈ ਸਿਆਸਤਦਾਨ ਨਹੀਂ ਕਰਦਾ, ਕੋਈ ਇੱਧਰ ਦਾ ਨਹੀਂ ਕਰਦਾ ਉੱਧਰ ਵਾਲੇ ਸਾਰੇ ਉਹ ਪੁੱਛਦੇ ਨੇ ਕਿ ਇਸ ਮੁਲਕ ਦਾ ਕੀ ਬਣੇਗਾ। ਉਹ ਤੁਹਾਡੇ ਕੋਲ ਨਿਜ਼ਾਮ ਹੈ ਤੇ ਸਾਡੇ ਕੋਲੋਂ ਪੁੱਛਦੇ ਨੇ ਚੋਈ ਸਾਹਿਬ। ਦੇਖੋ ਕੀ ਭੈੜੇ ਵਕਤ ਆ ਗਏ ਨੇ ਕਿ
ਵੱਡੇ ਵੱਡੇ ਸਿਆਸਤਦਾਨ, ਵੱਡੇ ਵੱਡੇ ਬਿਊਰੋਕਰੈਟ, ਹਾਂਜੀ, ਵੱਡੇ ਹਾਂਜੀ ਵੱਡੇ ਕਾਰੋਬਾਰੀ, ਉਹ ਸਾਡੇ ਨੁਮਾਇੰਦਿਆਂ ਕੋਲੋਂ ਪੁੱਛਦੇ ਨੇ ਕਿ ਜੀ ਇਹ ਮੁਲਕ ਦਾ ਕੀ ਬਣੇਗਾ, ਕਿੱਥੇ ਜਾ ਰਹੇ ਹਾਂ, ਤੇ ਮੈਂ ਤੇ ਇੱਕ ਹੋਰ ਸਵਾਲ ਇੰਜ ਲੱਗਦਾ ਕਿ ਮੁਲਕ ਉਹ ਨਹੀਂ ਚਲਾ ਰਹੇ, ਅਸੀਂ ਚਲਾ ਰਹੇ ਹਾਂ। ਬਿਲਕੁਲ ਉਹ ਸਾਫੀਆਂ ਤੇ ਮੈਂ ਲੋਕ ਇੱਕ ਹੋਰ ਸਵਾਲ ਬੜਾ ਪੁੱਛਦੇ, ਮੈਂ ਬੜਾ ਤੰਗ ਆਇਆ। ਹੂੰ। ਹਰ ਬੰਦਾ ਪੁੱਛਦਾ ਹਕੂਮਤ ਕਿੰਨੀ ਦੇਰ ਚੱਲ ਰਹੀ, ਹੁਣ ਸਾਨੂੰ ਕੀ ਇਹਦੇ ਚ ਪਤਾ ਹੁੰਦਾ, ਤੇ ਹੁਣ ਅੱਲਾ ਨੂੰ ਪਤਾ ਆ, ਫਿਰ ਉਹ ਪਿੰਡੀ ਤੇ ਇਸਲਾਮਾਬਾਦ ਵਾਲਿਆਂ ਨੂੰ ਪਤਾ ਹੋਰ ਕਿ ਕਿੰਨੀ ਦੇਰ ਬਿਲਕੁਲ। ਚੱਲਣੀ ਹੈ। ਮੈਂ ਲਾਹੌਰ ਵਿੱਚ ਇੱਕ ਹੋਰ ਖਬਰ ਚੱਲ ਰਹੀ, ਉਹ ਕਹਿੰਦੇ ਜੀ ਕਿ ਨਾ ਮਰੀਮ ਨਾ ਬਲਾਵਲ। ਅੱਛਾ। ਹਾਂ, ਬਸ ਇੰਜ ਦੀਆਂ ਗੱਲਾਂ ਚੱਲ ਰਹੀਆਂ। ਕਰਾਂਗੇ ਕਿ ਇਹਦੇ ਉੱਤੇ ਗੱਲ ਕਿਸੇ ਦਿਨ। ਤੇ ਲੇਕਿਨ ਫਿਲਹਾਲ ਤੇ ਮਰੀਮ ਸਾਹਿਬਾ ਦੀ ਹਕੂਮਤ ਹੈ ਜੀ ਇੱਥੇ ਲਾਹੌਰ ਵਿੱਚ, ਤੇ ਉਹਨਾਂ ਦੇ ਬੜੇ ਇੱਥੇ ਤਾਰੀਫਾਂ ਵੀ ਹੋ ਰਹੀਆਂ ਲੋਕਾਂ ਦੀ। ਅਸੀਂ ਕ੍ਰਿਟਿਕ ਨੂੰ ਵੀ ਮਿਲੇ ਸਾਂ, ਉਹਦੇ ਬਾਰੇ 'ਚ ਕਰਾਂਗੇ ਗੱਲ ਕਿਸੇ ਹੋਰ ਦਿਨ। ਕੱਲ੍ਹ ਹੀ ਕਰ ਲਾਂਗੇ, ਲੇਕਿਨ ਮੇਰਾ ਖਿਆਲ ਹੈ ਜੀ ਸਰ ਟਾਈਮ ਹੋ ਗਿਆ ਬਹੁਤਾ, ਤੇ ਪ੍ਰੰਸ਼ ਦਾ ਤੇ ਲਾਹੌਰ ਵਿੱਚ ਆਏ ਹਾਂ, ਤੇ ਕਿਉਂ ਨਾ ਫਿਰ ਨਿਫੇ ਦੇ ਪਾਵੇ ਖਾਧੇ ਜਾਣਾ, ਖੱਦਾਂ ਸ਼ੱਦਾਂ ਖਾਈਏ। ਹੈਂ, ਕਦੀ ਕਦੀ ਮੌਕਾ ਮਿਲਦਾ ਹੈ ਸਾਲ ਵਿੱਚ ਇੱਕ ਦੋ ਵਾਰੀ। ਚਲੋ ਜੀ, ਫਿਰ ਅੱਜ ਤੇ ਹੁਣ ਗੱਲ ਹੀ ਹੈ ਲਾਹੌਰ ਆ ਕੇ ਵੀ ਇਸਲਾਮਾਬਾਦ ਦੀ ਗੱਲ, ਤੇ ਹਾਂ। ਇਹ ਦੇਖ ਲੈਂਦੇ ਹੁਣ ਕਿ ਕਨਸਟੀਟਿਊਸ਼ਨ ਐਵਨਿਊ ਤੇ ਕੋਈ ਰੂਲ ਆਫ ਲਾ ਜਿਹੜਾ ਉਹ ਐਸਟੈਬਲਿਸ਼ ਹੁੰਦਾ ਜਾਂ ਨਹੀਂ ਹੁੰਦਾ, ਜਾਂ ਕੀ ਬਣਦਾ ਇਹਦਾ। ਹੂੰ, ਹੂੰ। ਤੇ ਫਿਰ ਕੱਲ ਕਰਾਂਗੇ ਲਾਹੌਰ ਦੀ ਗੱਲ। ਤੇ ਮੇਰੇ ਖਿਆਲ ਅੱਜ ਲਈ ਇਜਾਜ਼ਤ। ਲਓ ਜੀ ਫਿਰ, ਅੱਲਾ ਹਾਫਿਜ਼। ਰੱਬ ਰਾਖਾ।